ਅਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਏ ਵਿਗੁਚੀਐ, ਗਲ ਪਈਸ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆ ਸੋ। ਰਹਿਣ ਵਿਹਾਣੀ ਪਛੁਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ 12 ਮਾਹ ਜੋ ਰਾਗ ਮਾਝ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ 12 ਮਾਹ ਬਾਣੀ ਦਾ 5 ਨੰਬਰ ਸ਼ਬਦ ਜਿਸ ਦਾ ਪਾਠ ਸਰਵਣ ਕੀਤਾ ਹੈ। 134 ਨੰਬਰ ਅੰਕ 'ਤੇ ਇਹ ਸ਼ਬਦ ਸੁਭਾਈਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਅਸਾੜ ਮਹੀਨੇ ਦੀ ਵਰਤੋਂ ਕਰਦਿਆਂ ਹੋਇਆਂ, ਅਸਾੜ ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਜੋ ਸੰਦੇਸ਼ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਮਨੁੱਖ ਦਾ ਜੀਵਨ ਖੂਬਸੂਰਤ ਬਣੇਗਾ, ਜ਼ਿੰਦਗੀ ਵਧੀਆ ਬਣੇਗੀ ਜਦੋਂ ਇਹਦੇ ਜੀਵਨ ਦੇ ਵਿੱਚ ਉਹ ਰੱਬੀ ਗੁਣ, ਉਸ ਮਾਲਕ ਦੇ ਹੁਕਮ 'ਚ ਤੁਰਨ ਦੀ ਇਸ ਨੂੰ ਜਾਚ ਆਏਗੀ। ਸਾਹਿਬ ਨੇ ਬਹੁਤ ਪਿਆਰਾ ਬਚਨ ਕੀਤਾ ਹੈ, ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ। ਹੇ ਪ੍ਰਭੂ, ਹੇ ਪ੍ਰਮਾਤਮਾ, ਹੇ ਕਾਲ ਪੁਰਖ, ਤੁਹਾਡੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ ਜਿਹੜਾ ਮਨੁੱਖਤਾ ਦੇ ਤਪ ਰਹੇ ਹਿਰਦੇ ਨੂੰ ਠੰਡਾ ਕਰ ਸਕੇ। ਬਾਕੀ ਬਾਹਰੀ ਤੌਰ 'ਤੇ ਸਰੀਰ ਨੂੰ ਸੁੱਖ ਦੇਣ ਵਾਲੀਆਂ ਸਹੂਲਤਾਂ ਮਨੁੱਖ ਸਮੇਂ-ਸਮੇਂ 'ਤੇ ਆਪਣੇ ਉਦਮ ਦੁਆਰਾ ਪ੍ਰਾਪਤ ਕਰ ਲੈਂਦਾ ਹੈ, ਪਰ ਅੰਦਰ ਦੀ ਕਲਪਨਾ, ਅੰਦਰ ਦੀ ਅਸ਼ਾਂਤੀ, ਅੰਦਰ ਦਾ ਜੋ ਰੋਲ ਘਚੋਲਾ ਪਿਆ ਹੋਇਆ ਹੈ, ਉਸ ਹਿਰਦੇ ਨੂੰ ਜਿਹੜਾ ਤਪ ਰਿਹਾ ਹਿਰਦਾ ਹੈ ਉਹਨੂੰ ਠੰਡਾ ਸ਼ਾਂਤ ਕਰਨਾ, ਹੇ ਮਹਾਰਾਜ, ਇਹ ਸਿਰਫ ਤੁਹਾਡੇ ਹੁਕਮ ਵਿੱਚ, ਤੁਹਾਡੇ ਨਾਮ ਨਾਲ ਜੁੜ ਕੇ, ਤੁਹਾਡੀ ਸਿੱਖਿਆ ਨਾਲ ਜੁੜ ਕੇ ਕੀਤਾ ਜਾ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਹੇ ਪ੍ਰਭੂ, ਤੁਹਾਡੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਨਾਨਕ ਕੀ ਅਰਦਾਸ, ਨਾਨਕ ਦੀ ਇਹ ਅਰਦਾਸ ਹੈ, ਨਾਨਕ ਦੀ ਇਹ ਅਰਜ਼ੋਈ ਹੈ। ਅਸਾੜ ਸ਼ਬਦ ਦੁਆਰਾ ਅਸਾੜ ਮਹੀਨੇ ਦਾ ਨਾਂ ਵਰਤ ਕੇ ਗੁਰਦੇਵ ਜੀ ਇਹ ਸਿੱਖਿਆ ਦੇ ਰਹੇ ਨੇ। ਅਸਾੜ ਸੁਹੰਦਾ ਤਿਸ ਲੱਗੈ। ਇਹ ਗੱਲ ਮੈਂ ਬਾਰ-ਬਾਰ ਤਾਂ ਦੁਹਰਾ ਰਿਹਾ ਵੀ ਇੱਥੇ ਮਹਾਰਾਜ ਇਹ ਨਹੀਂ ਕਹਿੰਦੇ ਵੀ ਅਸਾੜ ਦਾ ਮਹੀਨਾ ਤਪਦਾ ਹੋਇਆ ਉਹਨਾਂ ਨੂੰ ਸਹੀ ਲੱਗਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਇੱਥੇ ਗੱਲ ਅਸਾੜ ਦੇ ਮਹੀਨੇ ਦੀ ਨਹੀਂ ਹੋ ਰਹੀ, ਕਿਉਂਕਿ ਜੇ ਆਪਾਂ ਇੱਦਾਂ ਕਹਾਂਗੇ ਵੀ ਹਾੜ ਦਾ ਮਹੀਨਾ ਤਪਦਾ ਹੈ, ਜੇ ਆਪਾਂ ਇਸ ਲਹਿਜੇ ਨਾਲ ਵੇਖਾਂਗੇ ਤਾਂ ਫਿਰ ਆਪਾਂ ਕਹਿੰਦੇ ਬਾਣੀ ਸਾਰੀ ਮਾਨਵਤਾ ਵਾਸਤੇ ਹੈ। ਅਤੇ ਫਿਰ ਕੁਝ ਕੰਟਰੀਆਂ ਐਸੀਆਂ ਹੈਗੀਆਂ ਨੇ, ਜਿਵੇਂ ਮੰਨ ਲਓ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ, ਇੱਥੇ ਹਾੜ ਦੇ ਮਹੀਨੇ 'ਚ ਗਰਮੀ ਪੈਂਦੀ ਹੈ, ਪਰ ਬਹੁਤ ਐਸੇ ਦੇਸ਼ ਹੈਗੇ ਨੇ ਜਿਨ੍ਹਾਂ ਵਿੱਚ ਆਪਾਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ, ਨਿਊਜ਼ੀਲੈਂਡ ਦੀ ਗੱਲ ਕਰੀਏ, ਇਹ ਉਹ ਕੰਟਰੀਆਂ ਨੇ ਜਦੋਂ
इधर अत की गर्मी हुंदी है तो उधर अत की सर्दी हुंदी है। अजे कनेडा की गल करिए तो अमेरिका की गल करिए, इन्हां देशों में अजे मौसम बहुत इलाके ऐसे ने जिन्हां दा मौसम पंजाब नाल रलदा है। जिवें कैलीफोर्निया का जिहड़ा वैदर है, मौसम है, वो पंजाब नाल बहुत मेल खांदा है। पर बाकी कंट्रियां जिहड़ियां ने उन्हां दा मौसम इदां नहीं है। उत्थे जिवें इत्थे हाड़ दे महीने च अत की गर्मी है आपां कह सकते हैं, तो उत्थे हाड़ दे महीने च पूरी ठंड हुंदी है। इधर जनवरी दसंबर के महीने में आपां पूरा सर्दी वाला मौसम हुंदा है, उधर गर्मियां हुंदियां ने आस्ट्रेलिया न्यूजीलैंड की कंट्री में। तो खैर ये आपां कहने बाणी सारी मानवता वास्ते है। तो इत्थे गुरुदेव जी बहुत प्यारा बचन कर रहे हैं। असाड़ महीने यानी कि हाड़ महीने का नाम लैके तो गुरुदेव जी कहते हैं सुहंदा तिस लगे सोहना। सोहना की ये जीवन सोहना तां लगेगा कहते जिस मन हर चरण निवास। इत्थे मन शब्द वरते, मन के नन्ने नूं सैरी है, जेड़े मन विच हर चरण की है सिक्ख्या उपदेश। वेखो जदों आपां गल करदे हां भी परमात्मा निर आकार है, वो आकार तो रहत। हुण जिहड़ा है आकार तो रहत उहदे चरण किहड़े होणगे? फिर जदों आपां नूं आकार तो रहत कहने आ, फिर गुरु साहब ने भी बाणी च आख्या भी सहस तव नैन नन नैन है तोहे को, सहस पद बिमल नन एक पद गंद बिन। भी जानी कि हज़ारां पैर उहदे ने, उहदा एक भी पैर नहीं। सरगुण होण करके सारे पैर उहदे ने, निर्गुण होण करके उहदा एक भी पैर नहीं है। तो ये गल का ख्याल रखना साध संगत, जिहड़ी गल गुरुदेव जी ने इत्थे कही है कि उस परमेश्वर के चरण की है, हिरदे चरण शब्द सतगुरु को, जब जन के चरण वसै मेरे ही है। हुण जिहड़े मन विच वसने ने वो शरीर वाले आ जिहड़े हड्ड वाले चम वाले ये चरणों की गल थोड़ा हो रही है बाणी च। जो चरण साध के धोए धोए पीओ शब्द भी आता है, उत्ते साध का अर्थ है गुरु शब्द सतगुरु, तो वो चरण की है वो सिक्ख्या। तो सिक्ख्या पीण का अर्थ की है, हुण आपां सिक्ख्या पी रहे हैं, कन्नां राहीं साडे अंदर सिक्ख्या जा रही है। चरण साध के धोए धोए पीओ। तो जे कोई एक अद्धी गल साडे मन नूं सही लग गई, असीं अपनी जिंदगी च उहदा उत्ते अमल कर लिया, तो इहनूं कहा चरण साध के धोए धोए पीओ, अरप साध को अपना जियो। जां जदों असीं गुरु के चरण धो के पीने ने तो साडे मन की मैल जिहड़ी है वो दूर होएगी। तो इत्थे अर्थ ही इहो है कि जदों गुरु के चरणों नूं असीं धो के पीण का अर्थ है गुरु के चरण, गुरु का शब्द असीं जदों कन्नां राहीं अपने अंदर लैके जाने आ, साडा मन उस शब्द के अनुसार हरकत विच आउंदा है, कमांड करता है। साडे बाकी अपनी सारी फौज नूं वो कमांड दिंदा है भी आह काम इदां करना, आह काम इदां करना है। तो मन लो जदों मन शब्द द्वारा घड़िया जाए तो साडे ज्ञान इंद्रे कर्म इंद्रे जदों सही दिशा वाले बन्ने तुरदे ने, इनू ही आपां कह सकते हैं जीवन मैल तो रहत हो गया। तो खैर साध संगत जी जिहड़ी इत्थे गल गुरुदेव जी ने कही है बा कमाल है। कहते असाड़ सुहंदा तिस लगे, हाड़ महीने का नां लैके गुरुदेव जी ये सिक्ख्या दे रहे हैं, सुहंदा तिस लगे। ये जीवन सोहना उहदा ही बनता है जिस मन विच, जिस मन दे अंदर, जिस मन विच हर चरण निवास, हरि दे चरणों का निवास हो गया। यानी कि जिस मन विच गुरु की सिक्ख्या वस गई, जिस मन ने उस सिक्ख्या नूं ग्रहण कर लिया। तो पातशाह जी बहुत प्यारा बचन करते हैं। असाड़ उत्ते वेखो शब्द बदले, असाड़ तपंदा, उत्ते तपंदा क्या, थले सुहंदा क्या। देखो एक काव्य रूप च बाणी रची गुरुदेव जी ने, बहुत सोहना उपदेश महाराज ने बख्शिश किया। हुण काश किते इन्हां शब्दां नूं असीं इदां बैठ के समझदे विचारदे, इन्हां शब्दां की व्याख्या हुंदी, सानूं पता लगदा गुरुदेव जी कितनी प्यारी गल करदे। गुरुदेव जी कहते हैं असाड़ तपंदा तिस लगे, हाड़ महीने के शब्द की राहीं ये सिक्ख्या दे रहे ने। असाड़ महीने की शब्द की वरतों करके गुरुदेव जी संदेश दे रहे हैं, तपंदा तिस लगे, यानी कि उहदा ही जीवन तपदा है, उहदा ही जीवन विलकदा है। हर नाह ना जिन्ना पास, जिन्हां कोल हर ना, ना दा अर्थ है खसम। खसम की है? सच सबना का खसम है। ना दा अर्थ है खसम। खसम छोड़ दूजे लगे डुबे सेवन जा रहा, वो तपणगे। हुण जदों बाणी च तपश शब्द आउंदा है, वेखो असाड़ तपंदा तिस लगे हर नाह, देखो उन्हां दे हिरदे तपदे जिन्हां कोल हर नाह नहीं हैगा। हर नाह की है? खसम। खसम की है? सच। जानी कि सच पल्ले ना होवे ते बंदे अंदरों कलपदे रहिंदे ने। फिर बाणी च इंज भी लिखिया, जियो तपत है बारो बार
तप तप खपै बहुत बेकार। देखो जियो तपत है, जियो तपदा है, जियो तपत है बारों बार, हिरदा तपदा है बार बार, बार बार तपदा है। तप तप खपै, ज्यों ज्यों तपदा फिर खपदा है, खिंचदा है। तप तप खपे बहुत बेकार, बेकार का अर्थ की वकार, वकारां विच खपदा है। क्यों? क्योंकि जै तन बाणी विसर जाए, इत्थे तन विचों बाणी विसर जाए, इत्थे कहता हर ना ना जिन्ना पास, क्योंकि खसम की बाणी है ना, जैसी में आवे खसम की बाणी तैसड़ा करी ज्ञान वे ला लो। तो इत्थे पातशाह जी कहते ने जियो तपत है बारों बार, तप तप खपे बहुत बेकार, जै तन। हुण तन मीनिंग मन, तन विच मन है ना, तन दे विच मन है, यानी कि जै तन बाणी विसर जाए, यानी कि जिस तन ने बाणी की विचार छड़ दी, जिहड़ा तन बाणी मुताबक नहीं तुरदा, जै तन बाणी विसर जाए, जो पक्का रोगी विल लाए, वो फिर तड़फदा है विलकदा है, हर नाह ना जिन्ना पास। तो गुरुदेव जी कहते हैं असाड़ तपंदा तिस लगै, हर नाह ना जिन्ना पास। जिन्हों को हर नाम नहीं हैगा, जानी कि खसम है नहीं, मालक है नहीं। तो हजूर ने इस तपश बारे वेखो, दुनिया शांति लभदी फिरदी, तुसीं वेखो उत्थे गया बड़ी मन नूं शांति, ये तो मतलब मन शांत नहीं है। तुसीं वेखो एक समा आउंदा जो बंदा चाहुंदा अपना घर होवे, अपनी गड्डी होवे, बच्चे होण, बिजनस अपना होवे, सब कुछ करन तो बाद पता की मन शांत जिहा नहीं है। दरअसल तुहाडी सब कुछ होने तो बाद भी मन की शांति, हुण तो सारा कुछ कोल है बंदे को, हुण तो मन की शांति चाहिए है, मन शांत क्यों नहीं है? उहदे पिछे कारण दस्सिया गुरुदेव ने भी मन शांत क्यों नहीं है। हजूर कहते हैं तृण को मंदिर साज सवारियो। बंदे की हालत पता की है भी, कखां का घर बनाया इन्हें, कखां की छन बनाई है, उन्होंने साजिया तो सवारिया, तो पावक तले जरावत है, तो कमला कखां दे घर में अग बाल के बैठा। साध संगत तुसीं अपनी जिंदगी कोई इदां दा बंदा वेखिया? वैसे बाहरलियां कंट्रियां बहुत घर लक्कड़ दे, कई कंट्रियां सारा घर ही लक्कड़ दा, किते किते चलो थोड़ा बहुता नाल वो हैल्प लै लैंदे ने, पर बहुत घर पूरा ढांचा ही लक्कड़ दा खड़ा किया। अगले अग नहीं छेती की, उत्थे कहते ना भाई, बड़े तरीके नाल हीट सिस्टम भी लगा है, तो बड़े सोहणे तरीके नाल उन्होंने लाया भी, जे किते अग लग गई बुझाउणी औखी है। हुण सोच के वेखो तुसीं, जिथे घर कखां दा होवे ना, ऐ पूरी कखां दी छन पाई होवे, ਉਹਦੇ 'ਚ ਅੱਗ ਬਾਲਦਾ ਬੰਦਾ ਵੇਖਿਆ ਤੁਸੀਂ? ਸੋਚ ਕੇ ਵੇਖੋ ਵੀ ਜੇ ਕੋਈ ਅੱਗ ਬਾਲੇ ਕੱਖਾਂ ਦੀ ਛੰਨ ਦੇ ਵਿੱਚ, ਅਜੇ ਕੋਈ ਬੰਦਾ ਜਿੱਥੇ ਉੱਤੇ ਇੱਦਾਂ ਲੈਂਟਰ ਪਿਆ ਹੋਇਆ ਹੈ, ਬਾਲਿਆਂ ਦੀ ਛੱਤ ਹੈ, ਘਰ ਹੈ, ਉਹਦੇ ਵਿੱਚ ਬੰਦਾ ਅੱਗ ਬਾਲਦਾ, ਕੋਈ ਅੰਗੀਠੀ ਤੋਂ ਪਾਉਂਦਾ ਤੇ ਗੱਲ ਹੋਰ ਹੈ, ਪਰ ਕੋਈ ਕੱਖਾਂ ਦੀ ਛੰਨ 'ਚ ਅੱਗ ਬਾਲਦਾ ਵੇਖਿਆ? ਮਾਰੇ ਕਹਿੰਦੇ ਮੈਂ ਵੇਖਿਆ। ਇਹ ਬੰਦੇ ਦੀ ਹਾਲਤ ਵੇਖੋ। ਕਹਿੰਦੇ ਤ੍ਰਿਣ ਕੋ, ਤੀਲਿਆਂ ਦਾ ਘਰ ਬਣਾ ਕੇ, ਇਹਨੇ ਹੁਣ ਤੀਲਿਆਂ ਦਾ ਘਰ ਬਣਾਇਆ, ਤ੍ਰਿਣ ਕੋ ਮੰਦਰ ਸਾਜ ਸਾਜਿਆ ਵਾ, ਸਵਾਰਿਆ ਵਾ, ਤੇ ਪਾਵਕ ਤਲੇ, ਪਾਵਕ ਮੀਨ ਅੱਗ, ਤਲੇ ਮੀਨ ਥੱਲੇ, ਪਾਵਕ ਤਲੇ ਜਰਾਵਤ, ਥੱਲੇ ਅੱਗ ਬਾਲ ਕੇ ਬੈਠਾ। ਕਾਹਦੀ ਅੱਗ ਭਲਾ? ਹੁਣ ਇੱਦਾਂ ਘਰ ਬਣਾ ਲਿਆ, ਅੰਦਰ ਅੱਗ ਬਲਦੀ ਹੈ ਕਾਮ ਵਾਸ਼ਨਾਵਾਂ ਦੀ, ਕ੍ਰੋਧ ਦੀ, ਲਾਲਚ ਦੀ। ਇਹਨੂੰ ਨਦੀਆਂ ਵੀ ਆਖਿਆ ਬਾਣੀ 'ਚ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੈਗੀ ਨਾ, ਇੱਥੇ ਅੱਗ, ਇੱਥੇ ਭਾਵੇਂ ਪੈਂਦੇ ਨੇ ਦੱਜੇ, ਭਾਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਤੋ ਸਤਿਗੁਰੂ ਜੀ ਕਹਿੰਦੇ ਨੇ ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੈ। ਤੇ ਬੰਦੇ ਦੀ ਹਾਲਤ ਵੇਖੋ, ਕੱਖਾਂ ਦਾ ਘਰ ਬਣਾ ਕੇ ਨਾ, ਵਿੱਚ ਇਹਦਾ ਕੱਖਾਂ ਦਾ ਘਰ ਬਣਾ ਕੇ ਵਿੱਚ ਅੱਗ ਬਾਲ ਕੇ ਬੈਠਾ। ਕਹਿੰਦੇ ਐਸ ਗੜ੍ਹ ਮੇਂ, ਐਸੇ ਗੜ੍ਹ ਮੇਂ, ਐਸੇ ਯਾਨੀ ਕਿ ਸਰੀਰ ਰੂਪੀ ਐਸ ਗੜ੍ਹ ਵਿੱਚ, ਕਿਲੇ ਵਿੱਚ ਐਠ ਹੱਠੀ ਲੋ ਆਕੜ ਕੇ ਬੈਠਾ ਹੋਇਆ। ਫੂਲ ਫੂਲ ਕਿਆ ਪਾਵਤ ਹੈ? ਕੀ ਫੁੱਲ ਫੁੱਲ ਕੇ ਪਾਉਣਾ ਬਈ? ਕੀ ਐ ਆਕੜ ਆਕੜ ਕੇ ਬੈਠਦਾ? ਤੇਰੀ ਹਾਲਤ ਵੇਖ ਲੈ, ਕੱਖਾਂ ਦੇ ਘਰ ਦੇ ਵਿੱਚ ਅੱਗ ਬਾਲ ਕੇ ਬੈਠਾ ਤੂੰ। ਅਸਾੜ ਤਪੰਦਾ ਤਿਸ ਲਗੇ, ਹਰ ਨਾ ਨਾ ਜਿੰਨਾ ਪਾਸ। ਅੱਜ ਤਪਦਾ ਹੀ ਕਿਉਂ ਹੈ? ਕਿਉਂਕਿ ਨਾ ਨਹੀਂ ਹੈਗਾ, ਬਾਕੀ ਸਭ ਕੁਝ ਹੈਗਾ। ਗੱਡੀਆਂ ਹੈਗੀਆਂ, ਮੋਟਰਾਂ, ਕਾਰਾਂ, ਘਰ, ਜ਼ਮੀਨਾਂ, ਜਾਇਦਾਦਾਂ, ਬਿਜ਼ਨਸ, ਵਪਾਰ, ਪਰ ਖਸਮ ਹੈ ਨਹੀਂ, ਮਾਲਕ ਹੈ ਨਹੀਂ। ਤੇ ਉਹ ਮਾਲਕ ਦੇ ਨਾਲ ਨਾ ਜੁੜਨ ਕਰਕੇ ਹਰ ਵਿਸਰ ਸਦਾ ਖੁਆਰੀ ਆ, ਹਰ ਵਿਸਰ ਗਿਆ ਸਦਾ ਖੁਆਰੀ ਪੱਲੇ ਪੈ ਗਈ। ਤੇ ਨਾਲ ਇਹ ਵੀ ਕਹਤਾ ਤਾਂ ਕੋ ਧੋਖਾ ਕਹਾਂ ਬਿਆ ਪੈ, ਹਰ ਨਾ ਨਾ ਜਿੰਨਾ ਪਾਸ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆ ਪੈ, ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਜਿਵੇਂ ਬਾਲਣ ਬਲਦਾ। ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ।
अंत चले गोहारी नवखंडन को, नवखंडन की 9 खंड, यानी कि 9 खंड धरती मनेगी, भी पूरी धरती ते भी तेरा राज होवे, पर अंत चले गुहारी। हारी मीनिंग की है भी जरूरी नहीं सारा कुछ होने तो बाद भी तेरे को अंदर दा टिका होवे, हार के जाएगा। तो पाशाह इत्थे फरमाउंदे ने असाड़ तपंदा तिस लगे, ये जीवन तपदा उहदा ही है, हर ना ना जिन्ना पास। ये तपश नूं तू घटा सकदा है। वैसे इस तपश नूं घटाउण वास्ते बड़ियां लोगों ने तरीके अपनाए। वैसे एक बेनती होर करा, जिहड़ी तपश है ना, वो भी इत्थों पता लगदा है। जे अपसैट है बंदा, वो भी इत्थों पता लगता, जे खुश है तो वो भी इत्थों पता लगता। आड़ा गर्दन तो उपरला हिस्सा है ना, ਇਹੋ ਤੁਹਾਡੀ खुशी दसदा, ਇਹੋ ਤੁਹਾਡੀ गमी दसदा। कभी किसी के हत्थों पैरों तो जजमेंट की किसी ने भी हत्थों तो वेख्या भी अज तू खुश बना, तेरे हत्थों तो लगता, तेरे पैरों तो लगता। आड़ा गर्दन तो उपरला हिस्सा ना, नर्वस होएगा बंदा, बंदे दी अखां चेहरा दसूगा। बंदा खुश होएगा तो उसका चेहरा दसूगा भी बंदा खुश है। आड़ा गर्दन तो उपरला हिस्सा है ना, इतों ही खुशी का पता लगता। इधर नहीं कहते अज बड़ा खिड़िया पिया, उन्हें की वेख्या चेहरा, अज बड़ा उदास जिहा है तू। देखो इतों इतों कमांड हो रही है सर, इनू गगन आख्या बाणी च। जे इत्थे खुशी है तो हथ भी नाल ही, तुहाडी स्किन भी खुश रहनी है। जे इत्थों उदास है तो सारा कुछ ही नर्वस है नाल, एंड डिप्रैशन। तो वैसे जिन्नियां शरीर दीयां बीमारियां ने ना, वो भी इत्थों शुरू होंदियां ने। जे इत्थों ठीक करना शुरू करता, फिर बाकी सारा कुछ ही ठीक होना शुरू हो जाना है। जे तुसीं इत्थों डिग पे, फिर सारा कुछ डिग पैना। जे इत्थों तुसीं कायम जे, तो फिर सब कुछ कायम है। बाणी च बार बार ये शब्द ही तां वरते। तो खैर सत्संग जी गुरुदेव जी कहते हैं असाड़ तपंदा तिस लगे। हाड़ दे इस शब्द द्वारा ये संदेश दे रहे ने, तपंदा ये जीवन तपदा उन्होंने लगता, वह जीवन अंदरों कल्पदा वा। हर ना ना जिन्ना पास, जिन्ना को हर नाम नहीं है। हर नाम की है? सच खसम, सच कोल नहीं है, इस कल्पते ने। अच्छा, इनू फिर इस तपश नूं घटाउण लई कई लोगों ने बड़े यतन किए। की कीते? किसी ने चंदन मल लिया। चंदन इत्थे क्यों लाउंदे ने भला? चंदन ठंडा हुंदा। उन्होंने मन च भी इत्थे चंदन लावांगे तो मत्था ठंडा रहूगा। महाराज कहते जे अंदर ठंडक है नहीं तो बाहर दे चंदन लाया ठंडक किदां हो जाए? सोच के वेखो। जे किते इदां बंदे दे अंदर दी तपश, माफ़ करना मैं हाथ जोड़ के पहला माफ़ी मंगना, जे किते बंदे दे अंदर दी तपश ठंडियां चीज़ां खाण नाल घटदी होवे ना, तो जिन्हां दीयां सस्सां बहुत कल्पदियां ने, नूहां तो रोज़ ही आइसक्रीम 2-3 वारी खवा दिया करन, भावें शुगर वधी जाए। तो जिन्हां दीयां नूहां कल्पदियां ने, भावें सੱਸ दे पैसे लगन, पति नूं कवे, अपने बेटे नूं कवे, बेटा आउण लगे ना आइसक्रीमां 2-3 ले आई, नूंह नूं खोणियां, ये बहुत गर्म कल्पदी बड़ी है। ਜਾਂ ਜਿਨ੍ਹਾਂ ਦੇ ਹਸਬੈਂਡ, ਮਾफ़ ਕਰਨਾ, ਜੇ ਇੱਦਾਂ ਹੁੰਦਾ ਹੋਵੇ ਤੇ ਫਿਰ ਤਾਂ ਲੋਕ ਬਰਫ਼ ਦੇ ਕੋਲ, ਫਿਰ ਤਾਂ ਲੋਕ ਆ ਬਰਫ਼ ਦੀਆਂ ਸਿੱਲੀਆਂ, ਫਿਰ ਤਾਂ ਘਰ ਵਿੱਚ ਠੰਡੀਆਂ ਚੀਜ਼ਾਂ ਰੱਖ ਕੇ, ਨਾ 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 ਨਾ, ਇਹਦੇ ਨਾਲ ਕੋਈ ਮਤਲਬ ਨਹੀਂ। ਬਾਹਰ ਦੀਆਂ ਠੰਡੀਆਂ ਤੇ ਜਿਨ੍ਹਾਂ ਕੰਟਰੀਆਂ 6-6 2-2 3-3 ਫੁੱਟ ਸਨੋ ਪੈ ਜਾਂਦੀ ਹੈ, ਉਹ ਤਾਂ ਫਿਰ ਲੋਕ ਠੰਡੇ ਰਹਿਣ, ਕਿਉਂਕਿ ਬਾਹਰ ਤਾਂ ਠੰਡ ਬੜੀ ਹੈ। ਬਾਹਰ ਦੀ ਠੰਡਕ ਨਾਲ ਬਾਹਰ ਦੇ ਟਿੱਕੇ ਲਾਇਆ, ਅੰਦਰ ਠੰਡਾ ਨਹੀਂ ਹੋਣਾ ਇੱਥੇ, क्योंकि अंदर कलपिया क्यों पिया भी? अंदर तू कखा की छन बना के अंदर ते अग बाल के बैठे, तुझे अग कादी बाली है? काम वासना की अग बादी बाली है, लालच की अग कादी बाली है, क्रोध की अग कादी बाली है, मैं मेरी अग बली पी, हाए वो अगे लंघ गया, मैं पिछे रह गया, हाए वो ज़्यादा कमाई करके मैं, मेरे को घट है, हाए वो नंबर ज़्यादा मेरे घट आ गए। तो गुरुदेव पिता महाराज इत्थे कितना प्यारा शब्द वरत रहे, असाड़ तपंदा तिस लगे, हर ना ना जिन्ना पास। तो गुरुदेव जी कहते हैं चंदन, जिन्ने मर्जी चंदन के टिक्के लाई जा। चंदन लाउंदे सी ना इदां मत्थे ते, तुसीं अज भी वेखो कई इदां मत्थे ते टिक्का लाउंदे ने। चंदन चंद, चंद चंद्रमा, चंद्रमा की रात ठंडी मनी गई। चंदन चंद, ना सरद रुत ना सर्दी, तिन्ने गल्लां आ गई। चंदन चंद ना सरद रुत। मूल, मूल कहते उक्का ही, जिवें कहते मूलों ही गया बंदा, ये तो उक्का ही गया, मूल उक्का ही ना मिटे ही कां। 1-2% भी जो मिटती होंगी ना, फिर इदा मूल शब्द नहीं सी वरतना। मूल इदा कहते ये तो मूलों ही गया, ये तो मुढ़ों ही गया, इदा नहीं कहते बंदे नूं। इत्थे मारे कहते मूल उक्का ही भी। चंदन चंद्रमा की चाननी रात ते सर्दी की रुत, तिन्ने बंदे दे अंदर की तपश नूं घटा नहीं सकते। है इहो जिहा उपदेश किसी को?
ਜਿਹੜਾ ਮੇਰੇ ਸਤਿਗੁਰ ਨੇ ਸਾਨੂੰ ਦਿੱਤਾ। ਭੱਜ ਲਾ ਜਿੱਥੇ ਭੱਜਣਾ। ਕੰਟਰੀ ਬਦਲ ਲਾ, ਦੇਸ਼ ਬਦਲ ਲਾ, ਭੇਸ ਬਦਲ ਲਾ, ਪਹਿਰਾਵਾ ਬਦਲ ਲਾ, ਕਰੰਸੀ ਬਦਲ ਲਾ। ਤੈਨੂੰ ਲੱਗਦਾ ਰੁਪਈਆ ਛੋਟਾ, ਇੱਥੇ ਗਾਂਧੀ ਦੀ ਫੋਟੋ ਆ, ਪਾਉਂਡ ਚਲ ਜਾ, ਡਾਲਰ ਚਲ ਜਾ। ਨਾ ਨਾ ਨਾ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਘਰ ਬਦਲ ਦੇ, ਝੁੱਗੀ ਝੌਂਪੜੀ ਤੋਂ ਬਾਲਿਆਂ ਵਾਲੇ 'ਚ ਆ ਜਾ, ਬਾਲਿਆਂ ਵਾਲੇ 'ਚ ਲੈਂਟਰ ਵਾਲੇ 'ਚ, ਲੈਂਟਰ ਵਾਲੇ 'ਚੋਂ ਅੱਗੇ ਮਹੱਲਾਂ 'ਚ ਆ ਜਾ। ਨਾ ਮਤਲਬ ਜਿੱਥੇ ਮਰਜ਼ੀ ਭੱਜ ਲਾ, 10 ਮੰਜ਼ਲੀ ਬਿਲਡਿੰਗ ਹੋਵੇ, ਫਲੈਟ ਲਿਆ ਹੋਵੇ ਤੂੰ ਉੱਤੇ। ਇਹਨਾਂ ਗੱਲਾਂ ਇਹ ਸਾਧਨ ਨੇ, ਮਿਲ ਜਾਣਗੇ, ਲੈ ਲਏਗਾ ਬੰਦਾ, ਪਰ ਅੰਦਰ ਦੀ ਤਪਸ਼ ਘਟਾਉਣ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਹੈ। ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹਿ ਕਾਮ, ਸੀਤਲ ਥੀਵੈ ਨਾਨਕਾ। ਸੀਤਲ ਠੰਡਾ, ਠੰਡਾ ਅਸਾੜ ਸੁਹੰਦਾ ਤਿਸ ਲਗੇ, ਉਹ ਠੰਡੇ ਰਹਿੰਦੇ ਨੇ। ਜਿਸ ਮਨ ਹਰ ਚਰਨ ਨਿਵਾਸ। ਪਾਸ਼ਾ ਕਹਿੰਦੇ ਨੇ ਸੀਤਲ ਥੀਵੈ ਨਾਨਕਾ, ਕਦੋਂ? ਜਪੰਦੜੋ ਹਰ ਨਾਮ, ਹਰ ਨਾਂ ਨਾ ਜਿਨਾ ਪਾਸ। ਅੱਛਾ, ਲੋਕ ਇਹ ਜਿਹੜੀ ਤਪਸ਼ ਘਟਾਉਣ ਲਈ ਨਾ ਫਿਰ ਕਿੱਥੇ ਕਿੱਥੇ ਜਾਂਦੇ ਆ, ਸੁਣਿਓ। ਮਹਾਰਾਜ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਕਹਿ। ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਪੁਰਖ ਵਿਆਪਕ ਪਰਮਾਤਮਾ ਸੀ, ਸਰਵ ਵਿਆਪਕ, ਉਹਨੂੰ ਛੱਡ ਕੇ ਕੀ ਕਰਦੇ ਫਿਰ? ਮਾਨਸ ਸੰਧੀ ਆਸ, ਮਨੁੱਖਾਂ ਕੋਲ ਜਾਂਦੇ ਆ। ਇੱਦਾਂ ਬਾਬਾ ਜੀ ਮੁੰਡਾ ਕਲਪਦਾ ਬੜਾ, ਅਤੇ ਪਿੱਛੇ ਚੇਲੇ ਹੱਸ ਰਹੇ ਹੁੰਦੇ ਨੇ, ਕਹਿੰਦੇ ਬਾਬਾ ਵੀ ਕਲਪ ਨਹੀਂ ਡਿਆ ਸੀ ਤੁਹਾਡੇ ਆਉਣ ਤੋਂ ਪਹਿਲਾਂ। ਸਾਡਾ ਬਾਬਾ ਵੀ ਇਹੋ ਸਲਾਹਾਂ ਦੇਣ ਡਿਆ ਸੀ, ਜਦੋਂ ਗੁੱਸਾ ਚੜ੍ਹੇ ਨਾ, ਕੁੰਡੀ ਬੰਦ ਕਰਕੇ ਰਜਾਈ 'ਚ ਉੱਚੀ ਉੱਚੀ ਚੀਕਾਂ ਮਾਰਿਆ ਕਰਿਓ, ਤੁਸੀਂ ਸਾਡੇ ਕੋਲ ਸ਼ਾਂਤੀ ਲੱਭਣ ਆਏ। ਸਾਡਾ ਬਾਬਾ ਵੀ ਕਲਪਣ ਡਿਆ ਸੀ। ਜਗ ਜੀਵਨ ਪੁਰਖ ਤਿਆਗ ਕਹਿ, ਪੜ੍ਹਿਓ ਸਾਥ ਨੂੰ, ਜਗ ਜੀਵਨ ਪੁਰਖ ਤਿਆਗ ਕਹਿ। ਕਾਹਦੀ? ਮਾਨਸ ਸੰਧੀ ਆਸ। ਮਨੁੱਖਾਂ ਕੋਲੋਂ ਅੱਛਾ, ਮਨੁੱਖ ਨੂੰ ਮਨੁੱਖ ਦੀ ਆਸ ਨਹੀਂ ਲਾਉਣੀ ਚਾਹੀਦੀ। ਇਹਦਾ ਕੀ ਮੀਨਿੰਗ ਹੈ ਜੀ? ਮਨੁੱਖ ਨੂੰ ਲਾਉਣੀ ਚਾਹੀਦੀ ਹੈ, ਪਰ ਕਿਹੜੇ ਕੰਮਾਂ 'ਚ? ਸੁਣਿਓ ਹੁਣ, ਤੁਸੀਂ ਗੱਡੀ 'ਤੇ ਜਾ ਰਹੇ ਹਾਈਵੇ 'ਤੇ, ਤੁਹਾਡਾ ਇੱਕ ਟਾਇਰ ਪੈਂਚਰ ਹੋ ਗਿਆ, ਸਟੱਪਣੀ ਤੁਸੀਂ ਲਾ ਲਈ, ਇੱਕ ਜਿਹੜਾ ਤੁਹਾਡੇ ਕੋਲ ਸਪੇਅਰ ਸੀ ਸਟੱਪਣੀ ਸੀ, ਉਹ ਪੈਂਚਰ ਹੈ। ਹੁਣ ਤੁਸੀਂ ਟਾਇਰ ਚੇਂਜ ਕਰ ਲਿਆ, ਹੁਣ ਤੁਹਾਨੂੰ ਪੈਂਚਰ ਲਾਉਣ ਵਾਲਾ ਬੰਦਾ ਚਾਹੀਦਾ। ਅਕਸਰ ਦੇ ਕਿਸੇ ਬੰਦੇ ਨੇ ਪੈਂਚਰ ਲਾਉਣਾ, ਤੁਹਾਡੇ ਕੋਲ ਤਾਂ ਸਮਾਨ ਨਹੀਂ ਹੈ। ਕੀ ਤੁਹਾਨੂੰ ਉਹਦੀ ਆਸ ਨਹੀਂ ਲਾਉਣੀ ਚਾਹੀਦੀ ਬੰਦੇ ਦੀ ਵੀ ਭਾਈ ਉਹ ਲਾ ਦੇਗਾ? ਤੁਸੀਂ ਕਿੰਨੀਆਂ ਦੁਕਾਨਾਂ ਲੰਘ ਰਹੇ ਜੇ, ਗਰੋਸਰੀ ਵਾਲੇ ਸਟੋਰ ਲੰਘੇ ਨੇ, ਫਰੂਟ ਵਾਲੇ ਲੰਘੇ ਨੇ, ਪਰ ਤੁਸੀਂ ਇਹ ਵੇਖ ਰਹੇ ਜੇ ਇਸ ਪੂਰੀ ਮਾਰਕੀਟ 'ਚ ਕੋਈ ਪੈਂਚਰ ਵਾਲੀ ਦੁਕਾਨ ਹੈ? ਕਿਉਂਕਿ ਤੁਹਾਨੂੰ ਪਤਾ ਹੈ ਵੀ ਜੇ ਗੱਡੀ ਦਾ ਟਾਇਰ ਪੈਂਚਰ ਨਾ ਲੱਗਾ ਤਾਂ ਸਾਡਾ ਜੇ ਸਫ਼ਰ 70-80 ਕਿਲੋਮੀਟਰ ਅੱਗੇ ਹੈ, ਅਸੀਂ ਦੂਰ ਜਾਣਾ ਹੈ। ਹੁਣ ਇੱਥੇ ਕੀ ਮਨੁੱਖ ਦੀ ਆਸ ਨਹੀਂ ਲਾਉਣੀ ਚਾਹੀਦੀ? ਹੈਗਾ ਤਾਂ ਮਨੁੱਖ ਹੀ ਹੈ ਪੈਂਚਰ ਲਾਉਣ ਵਾਲਾ। ਤੁਹਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਹੋਵੇ, ਤੁਸੀਂ ਜਾਓ ਹੌਸਪੀਟਲ, ਉੱਥੇ ਡਾਕਟਰ ਨਾ ਮਿਲੇ, ਹੈਗਾ ਤਾਂ ਮਨੁੱਖ ਹੀ ਹੈ। ਕਿ ਮਨੁੱਖ ਦੀ ਆਸ ਨਹੀਂ ਲਾਉਣੀ ਚਾਹੀਦੀ? ਲਾਉਣੀ ਚਾਹੀਦੀ ਹੈ, ਪਰ ਕਿਹੜੇ ਕੰਮ 'ਚ ਨਹੀਂ ਆਸ ਲਾਉਣੀ? ਆਹ ਵਿਸ਼ਾ ਜ਼ਰੂਰੀ ਹੈ। ਮਾਨਸ ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਉਹ ਕਿਹੜਾ ਕੰਮ, ਜਿਸ ਕੰਮ 'ਚ ਹੁਣ ਤੁਸੀਂ ਸਕੂਲੇ ਗਏ, ਟੀਚਰ ਵੀ ਤਾਂ ਮਨੁੱਖ ਹੀ ਹੈ। ਜਿਹੜੇ ਤੁਹਾਡੇ ਬੱਚੇ ਨੂੰ ਪੜ੍ਹਾਉਣਾ ਹੈ, ਭਾਵੇਂ ਉਹ ਨਰ ਹੈ, ਭਾਵੇਂ ਮਾਦਾ ਹੈ, ਭਾਵੇਂ ਔਰਤ ਹੈ, ਭਾਵੇਂ ਮਰਦ, ਹੈਗਾ ਤੇ ਇਨਸਾਨ ਹੀ ਹੈ ਨਾ। ਤੁਸੀਂ ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ, ਉਹ ਵੀ ਤਾਂ ਇਨਸਾਨ ਬਣਾਉਂਦਾ ਹੈ। ਫਿਰ ਮਾਨਸ ਸੰਧੀ ਆਸ ਦਾ ਕੀ ਅਰਥ ਹੋਇਆ? ਬਸ ਆਹ ਚੇਤਾ ਰੱਖਿਓ। ਆਹ ਨੇ ਵਿਸ਼ੇ ਜਿਹੜੇ ਸਮਝਣ ਵਾਲੇ। ਵੀ ਹੁਣ ਬੰਦੇ ਤੋਂ ਬਿਨਾਂ ਤਾਂ ਸਰਦਾ ਹੀ ਨਹੀਂ, ਆਪਾਂ ਤੋਂ ਲੋੜ ਪੈਂਦੀ ਹੈ। ਹੁਣ ਮੰਨ ਲਓ ਖੇਤਾਂ 'ਚ ਕੰਮ ਕਰਨਾ ਹੈ, ਕਿਸਾਨ ਰੇਲਵੇ ਸਟੇਸ਼ਨਾਂ 'ਤੇ ਬੰਦੇ ਲੈਣ ਜਾਂਦੇ ਨੇ। ਅੱਜ ਨੂੰ ਝੋਨੇ ਦਾ ਸੀਜ਼ਨ ਆਉਂਦਾ ਹੈ, ਲਵਾਈ ਦਾ ਆਉਂਦਾ ਹੈ, ਕਟਾਈ ਦਾ ਆਉਂਦਾ ਹੈ, ਕਣਕ ਦਾ ਸੀਜ਼ਨ ਆਉਂਦਾ ਹੈ, ਕਿੱਦਾਂ ਬੰਦਿਆਂ ਦੇ ਮਗਰ ਤੁਰੇ ਫਿਰਦੇ ਨੇ। ਤੁਸੀਂ ਘਰ ਬਣਾਉਣਾ, ਤੁਸੀਂ ਇੱਦਾਂ ਕੋ ਸਾਨੂੰ ਨਹੀਂ ਮਨੁੱਖਾਂ ਦੀ ਆਸ ਭਾਈ। ਮਨੁੱਖਾਂ ਤੋਂ ਬਿਨਾਂ ਤੁਸੀਂ ਘਰ ਬਣਾ ਲਓਗੇ? ਨਾ ਡੇਰਾ ਬਣਨਾ ਹੈ, ਨਾ ਘਰ ਬਣਨਾ ਹੈ। ਤੁਹਾਡੀ ਜੁੱਤੀ ਟੁੱਟੀ ਹੋਣ ਤੇ ਮਨੁੱਖ ਤੋਂ ਬਿਨਾਂ ਤੇ ਉਹਨੂੰ ਟੰਕਾ ਨਹੀਂ ਲੱਗਣਾ। ਕੱਪੜੇ ਦੀ ਸਿਲਾਈ ਵੀ ਇਨਸਾਨ ਤੋਂ ਬਿਨਾਂ ਨਹੀਂ ਹੋਣੀ। ਬੜਾ ਕੁਝ ਹੈ। ਤੁਸੀਂ ਸਾਰਾ ਕੁਝ ਤੁਸੀਂ ਖਰੀਦ ਸਕਦੇ ਹੋ। ਸਰੀਆ ਸੀ, ਜੇ ਇੱਟ ਵੀ ਲੈਣ ਜਾਂਦੇ ਹੋ ਤਾਂ ਮਨੁੱਖ ਨੇ ਬਣਾਈ ਹੈ। ਜੇ ਸਰੀਆ ਸੀਮਿੰਟ ਉਹ ਵੀ ਇਨਸਾਨ ਵੇਚ ਰਿਹਾ, ਤਾਂ ਫਿਰ ਮਾਨਸ ਸੰਧੀ ਆਸ ਦਾ ਕੀ ਅਰਥ ਹੈ? ਧਿਆਨ ਨਾਲ ਸੁਣਿਓ। ਵਿਸ਼ਾ ਟੌਪਿਕ ਵੇਖੋ ਕੀ ਚੱਲ ਰਿਹਾ। ਅਸਾੜ ਤਪੰਦਾ ਤਿਸ ਲੱਗਾ, ਹਰ ਨਾਂ ਨਾ ਜਿਨਾ ਪਾਸ। ਜਿਹੜੀ ਅੰਦਰ ਦੀ ਤਪਸ਼ ਹੈ ਨਾ, ਅੰਦਰ ਦੀ ਤਪਸ਼ ਵਿੱਚ ਮਨੁੱਖ ਤੇਰੀ ਕੋਈ ਹੈਲਪ ਨਹੀਂ ਕਰ ਸਕਦਾ। ਉੱਥੇ ਤੈਨੂੰ ਹੈਲਪ ਆਪਣੀ ਆਪ ਕਰਨੀ ਪੈਣੀ। ਬਸ ਆਹ ਚੇਤਾ ਰੱਖਣਾ। ਜੇ ਇੱਦਾਂ ਇੱਕ ਦੂਜੇ ਦੀ ਤਪਸ਼ ਘਟਦੀ ਹੁੰਦੀ ਨਾ, ਫਿਰ ਇੱਦਾਂ ਬੰਦਾ ਕਹਿੰਦਾ ਮੇਰੇ ਅੰਦਰ ਦੀ, ਫਿਰ ਤਾਂ ਮੈਂ ਕਲੀਅਰ ਕਹਿ ਦਿੱਤਾ ਵੀ ਸੱਸ ਨੇ ਕਹਿਣਾ ਸੀ ਜਾਂ ਜਿਹੜਾ ਬੰਦਾ ਬਹੁਤ ਜ਼ਿਆਦਾ ਠੰਡਾ ਹੈ,
ਇਸੇ ਕਰਕੇ ਤਾਂ ਲੋਕ ਸਾਧਾਂ ਦੀਆਂ ਜੂਠਾਂ ਖਾਂਦੇ ਨੇ ਵੀ ਬਾਬਾ ਜੀ ਤੇ ਬੜੇ ਪੁੱਜੇ ਹੋਏ ਨੇ, ਉਹਦੇ ਚਿਹਰੇ ਤੇ ਰੌਣਕ ਬੜੀ ਰਹਿੰਦੀ ਹੈ, ਬਾਬਾ ਜੀ ਤੇ ਫੁੱਲੇ ਫੁੱਲੇ ਪੈਂਦੇ ਨੇ, ਬਾਬਾ ਜੀ ਦੀ ਜੂਠ ਖਾਈਏ ਸ਼ਾਇਦ ਸਾਡਾ ਜੀਵਨ ਵੀ ਬਾਬੇ ਵਰਗਾ ਬਣ ਜਾਏ। ਜੇ ਕਿਤੇ ਐਦਾਂ ਇੱਕ ਦੂਜੇ ਦੀ ਜੂਠ ਖਾਦਿਆਂ ਗੱਲ ਬਣਦੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਚੰਦ ਨੂੰ ਦੁੱਧ ਪਿਆ ਦੇਣਾ ਸੀ। ਵੀ ਗੁਰੂ ਅਮਰਦਾਸ ਜੀ ਨੇ ਮੋਹਨ ਨੂੰ ਕਹਿਣਾ ਸੀ ਗੜਵਾ ਦੁੱਧ ਦਾ ਛਕ ਲਾ, ਵੀ ਤੇਰੇ ਵਿੱਚ ਵੀ ਮੇਰੇ ਵਾਲੇ ਗੁਣ ਆ ਜਾਣਗੇ। ਬੜੀ ਅੰਦਰ ਦੀ ਇੱਥੇ ਕਹ ਜਗ ਜੀਵਨ ਪੁਰਖ ਤਿਆਗ ਕਹਿ, ਜਗਤ ਨੂੰ ਜੀਵਨ ਦੇਣ ਵਾਲਾ ਜਿਹੜਾ ਪੁਰਖ ਵਿਆਪਕ ਪਰਮਾਤਮਾ ਹੈ। ਮਾਨਸਨ ਦੀ ਆਸ, ਮਨੁੱਖਾਂ ਤੇ ਆਸ ਲਾ ਕੇ ਬੈਠਾ ਮੇਰੇ ਅੰਦਰ ਨੂੰ ਠੰਡਾ ਕਰੂਗਾ, ਭੱਜਾ ਫਿਰਦਾ ਡੇਰਿਆਂ 'ਚ। ਬਾਬਾ ਜੀ ਸ਼ਾਂਤੀ ਦੇ ਦਿਓ ਜੀ, ਬਾਬਾ ਜੀ ਕਿਰਪਾ ਕਰ ਦਿਓ ਜੀ, ਬਾਬਾ ਜੀ ਆ ਮਿਹਰ ਕਰਿਓ ਜੀ, ਟਰੈਕਟਰ 'ਤੇ ਇੱਕ ਵਾਰੀ ਚੜ੍ਹ ਕੇ ਅਰਦਾਸ ਕਰ ਦਿਓ ਜੀ, ਬਾਬਾ ਜੀ ਆ ਗੱਡੀ 'ਤੇ ਚੜ੍ਹ ਕੇ ਅਰਦਾਸ ਕਰ ਦਿਓ ਜੀ। ਇਹ ਤਾਂ ਮਤਲਬ ਅਸੀਂ ਵਿਸ਼ੇਸ਼ ਸਮਝਦੇ ਨਾ, ਤਾਂ ਹੀ ਤਾਂ ਬਾਬਾ ਜੀ ਕੋਲ ਗੱਡੀਆਂ ਲੈ ਕੇ ਅਰਦਾਸਾਂ ਕਰਾਉਂਦੇ ਫਿਰਦੇ। ਜੇ ਇਹ ਵਿਸ਼ੇਸ਼ ਨਾ ਸਮਝੇ ਫਿਰ ਤਾਂ ਪਾਪਾ ਜੀ ਨੂੰ ਵੀ ਕਹਿ ਸਕਦੇ ਹਾਂ, ਫਿਰ ਤਾਂ ਬੀਬੀ ਜੀ ਨੂੰ ਵੀ ਕਹਿ ਸਕਦੇ ਹਾਂ। ਇਹ ਤਾਂ ਹੁਣ ਵੱਖਰਾ ਮੰਨਦੇ ਆ ਨਾ ਅਸੀਂ, ਵੀ ਜੇ ਸਾਰਿਆਂ 'ਚ ਇੱਕੋ ਜਿਹੀ ਕੁਆਲਿਟੀ ਹੈ ਫਿਰ ਵੱਖਰਾ ਮੰਨਦੇ, ਤਾਂ ਹੀ ਤਾਂ ਲੈ ਕੇ ਜਾਂਦੇ ਅਸੀਂ। ਤਾਂ ਪਾਤਸ਼ਾਹ ਇੱਥੇ ਜਿਹੜਾ ਮਾਨਸੰਧੀ ਆਸ ਹੈ ਨਾ, ਇਹਦਾ ਅਰਥ ਹੈ ਮਨੁੱਖ ਤੁਹਾਡੇ ਅੰਦਰ ਦੀ ਕਲਪਨਾ ਨੂੰ ਘਟਾਉਣ ਵਿੱਚ ਹੈਲਪ ਨਹੀਂ ਕਰ ਸਕਦਾ। ਉੱਥੇ ਤੁਹਾਨੂੰ ਹੈਲਪ ਆਪਣੀ ਆਪ ਕਰਨੀ ਪੈਣੀ ਹੈ। ਜਿਹੜਾ ਤੁਹਾਡੇ ਅੰਦਰ ਬੈਠਾ ਸੱਚ ਪਰਮਾਤਮਾ, ਜਿਹਨੂੰ ਬਾਣੀ 'ਚ ਇਹ ਆਖਿਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਉੱਥੇ ਇਹ ਨਹੀਂ ਆਖਿਆ ਉੱਥੇ ਮੇਰੇ ਕੋਲ ਆ। ਤੇਰੀ ਪਰੇਸ਼ਾਨੀ ਤੇਰੀ ਆਪਣੇ ਆਪ ਨਾਲ ਗੱਲ ਕਰਨਾ ਘਟਣੀ ਹੈ, ਜਿਹਨੂੰ ਅੰਤਰਾਤਮਾ ਕਿਹਾ। ਖੈਰ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਮਨੁੱਖ ਦੀ ਆਸ ਲਾਉਣੀ। ਮਨੁੱਖ ਤੇ ਹੋਰ ਕੰਮਾਂ ਦੀ ਆਸ ਲਾ, ਤੂੰ ਖਾਣਾ ਬਣਾ ਕੇ ਦੇ ਸਕਦਾ ਹੈ, ਕੱਪੜੇ ਸਿਲਾਈ ਕਰਕੇ ਦੇ ਸਕਦਾ, ਤੈਨੂੰ ਘਰ ਬਣਾ ਕੇ ਦੇ ਸਕਦਾ, ਤੇਰੇ ਗੱਡੀ ਨੂੰ ਪੈਂਚਰ ਲਾ ਸਕਦਾ, ਤੇਰਾ ਟਾਇਰ ਚੇਂਜ ਕਰ ਸਕਦਾ ਹੈ। ਪਰ ਜੇ ਤੂੰ ਕਵੇਂ ਤੇਰੇ ਅੰਦਰ ਦੀ ਕਲਪਨਾ ਘਟਾ ਦੇਵੇ, ਜਿਵੇਂ ਕਿਸੇ ਨੇ ਕਿਹਾ, ਕੋਈ ਬੰਦਾ ਆਪਣਾ ਨਾ ਘਰ ਬਣਾ ਰਿਹਾ ਸੀ, ਉਹਨੇ ਕਾਰੀਗਰ ਨੂੰ ਕਿਹਾ ਇਹ ਮੇਰਾ ਘਰ ਕਿੰਨੀ ਕੁ ਦੇਰ 'ਚ ਬਣ ਜਾਊਗਾ। ਉਹ ਅੱਗੇ ਕਾਰੀਗਰ ਬੜਾ ਸਿਆਣਾ ਸੀ, ਉਹ ਕਹਿੰਦਾ ਜੀ ਅਸੀਂ ਮਕਾਨ ਬਣਾਉਂਦੇ ਹਾਂ, ਘਰ ਖੁਦ ਆਪ ਬਣਾਉਣਾ ਪੈਂਦਾ। ਕਹਿੰਦਾ ਅੱਛਾ ਨਾ ਮਕਾਨ ਕਿਹੜਾ? ਕਹਿੰਦਾ ਮਕਾਨ 'ਚ ਖਿੜਕੀਆਂ ਹੁੰਦੇ ਨੇ, ਦਰਵਾਜ਼ੇ ਹੁੰਦੇ ਨੇ, ਪਰਦੇ ਹੁੰਦੇ ਨੇ, AC ਲੱਗਾ ਹੋਏਗਾ, ਪੱਖੇ ਹੋਣਗੇ, ਕਿਚਨ ਦਾ ਸਾਰਾ ਸਮਾਨ ਹੋਏਗਾ। ਪਰ ਘਰ ਉਦੋਂ ਬਣਦਾ ਹੈ ਜਦੋਂ ਘਰ 'ਚ ਰਹਿਣਾ ਆ ਜਾਏ, ਨਹੀਂ ਤਾਂ ਕਈ ਵਾਰੀ ਘਰਾਂ 'ਚ ਰਹਿਣਾ ਨਹੀਂ ਆਉਂਦਾ, ਦਮ ਘੁੱਟਦਾ। ਇੱਦਾਂ ਨਹੀਂ ਪਤਾ ਲੱਗਦਾ ਮੇਰਾ ਜੀ ਕਰਦਾ ਘਰ 'ਚੋਂ ਨਿਕਲ ਹੀ ਜਾਵਾਂ, ਬਸ ਰੱਸੇ ਨਾਲ ਪੱਖੇ ਨਾਲ ਰੱਸਾ ਬਣ ਕੇ ਫਾਹ ਹੀ ਲੈਣਾ। ਇੱਦਾਂ ਨਹੀਂ ਕਰਦਾ ਬੰਦਾ, ਫਿਰ ਕਿੱਥੇ ਬਣਿਆ? ਉਹਨਾਂ ਇਹ ਤਾਂ ਮਕਾਨ ਬਣਾਉਣੇ ਆ ਜੀ, ਅਤੇ ਮਕਾਨ ਤਾਂ ਬਣੇ ਬਣਾਤੇ ਮਿਲ ਜਾਂਦੇ ਨੇ, ਘਰ ਖੁਦ ਬਣਾਉਣੇ ਪੈਂਦੇ ਨੇ। ਇਸੇ ਨੂੰ ਆਖਿਆ ਸੀ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਪਾਤਸ਼ਾਹ ਕਹਿੰਦੇ ਦੂਏ ਭਾਏ ਵਗੁਚੀ ਹੈ। ਦੂਏ ਭਾਏ ਦਾ ਅਰਥ ਕੀ ਹੈ? ਦੂਜੇ ਭਾਜ, ਪ੍ਰਭੂ ਤੋਂ ਪਹਿਲਾਂ ਦੂਏ ਭਾਏ ਵਗੁਚੀ ਹੈ। ਪਰਮਾਤਮਾ ਨੂੰ ਛੱਡ ਕੇ ਦੂਜੇ ਭਾਜ, ਦੂਜੇ 'ਤੇ ਆਸ ਲਾਉਣੀ। ਗਲ ਪਈ ਸ ਜਮ ਕੀ ਫਾਸ, ਆਪਣੇ ਗਲ 'ਚ ਤੂੰ ਫਾਹੀ ਪਾ ਲਈ ਵਿਕਾਰਾਂ ਦੀ, ਕਿਉਂਕਿ ਤੂੰ ਕਿਸੇ 'ਤੇ ਆਸ ਲਾਈ ਵੀ ਮੇਰੇ ਅੰਦਰ ਦੀ ਤਪਸ਼ ਘਟਾਏਗਾ। ਪਾਤਸ਼ਾਹ ਜੀ ਕਹਿੰਦੇ ਨੇ ਦੂਏ ਭਾਏ ਵਗੁਚੀਏ ਗਲ ਪਈਸ ਜਮ ਕੀ ਫਾਸ, ਜਮ ਦੀ ਫਾਹੀ ਪੈ ਗਈ। ਜਮ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਦੂਜੇ ਭਾਜ ਤੁਰ ਪਿਆ, ਸੱਚ ਛੱਡ ਬੈਠਾ, ਝੂਠ ਦੀ ਫਾਹੀ ਪੈ ਗਈ ਗਲ 'ਚ। ਅਤੇ ਪਾਤਸ਼ਾਹ ਕਹਿੰਦੇ ਨੇ ਜਿਹਾ ਬੀਜੈ, ਇਹ ਕੁਦਰਤ ਦਾ ਵਿਧਾਨ ਹੈ ਨਾ, ਜੋ ਬੀਜੇਗਾ ਉਹੀ ਮਿਲਣਾ। ਜਿਹਾ ਬੀਜੇ ਸੋ ਲਾਉਣਾ, ਮੱਥੇ ਜੋ ਲਿਖਿਆ, ਜੋ ਮੱਥੇ 'ਚ ਲਿਖਿਆ ਉਹੀ ਵੱਢੇਗਾ ਨਾ। ਮੱਥੇ ਜੋ ਲਿਖਿਆ, ਜੇ ਇੱਥੇ ਡਾਕਟਰੀ ਲਿਖੀ ਹੈ ਤਾਂ 1-2 ਅੱਖਰ ਹੀ ਪਾਉਂਦਾ। ਇੱਦਾਂ ਸਵੇਰ ਦਾ ਡਾਕਟਰ ਨੇ 10 ਵਜੇ ਕਲੀਨਿਕ ਜਾਣ ਕੇ ਬਹਿਣਾ, 7 ਵਜੇ ਦੇ ਅਗਲੇ ਪਰਚੀਆਂ ਕਟਾ ਕੇ ਬੈਠੇ ਨੇ। ਕੋਈ 100 ਕਿਲੋਮੀਟਰ ਦੂਰ ਆਇਆ ਡਾਕਟਰ ਦੀ ਵੇਟ ਕਰ ਰਿਹਾ, ਕੋਈ ਰਾਤ ਦੇ ਵਿਚਾਰੇ ਆਣ ਕੇ ਲਾਗੇ ਕਿਸੇ ਗੁਰਦੁਆਰੇ ਕਮਰਾ ਲੈ ਕੇ ਰਹੇ ਨੇ, ਡਾਕਟਰ ਸਾਹਿਬ ਨੂੰ ਮਿਲਣਾ ਹੈਗਾ। ਤਾਂ ਇਨਸਾਨ ਹੀ ਹੈ ਨਾ ਡਾਕਟਰ। 10 ਵਜੇ ਆਇਆ, ਲਾਈਨ 'ਚ ਲੱਗੇ ਨੇ ਲੋਕ। ਇੱਦਾਂ ਉਡੀਕ ਵਿਚਾਰੇ ਰਾਤ ਦੇ ਰਹੇ ਨੇ, ਉਡੀਕ ਵਿਚਾਰੇ ਸਵੇਰ ਦੇ ਰਹੇ ਨੇ। ਇੱਦਾਂ ਮਾੜੀ ਜਿਹੀ ਨਬਜ਼ ਵੇਖੀ ਉਹਨੇ, ਇੱਦਾਂ ਚੈੱਕ ਕੀਤਾ, ਪੇਪਰ ਦੇ ਹਿੱਕ 'ਤੇ 5-7 ਅੱਖਰ ਪਾਏ ਨੇ ਉਹਨੇ। ਮਿਲਣ ਦਾ 200 ਰੁਪਇਆ ਫੀਸ ਹੈ, 300 ਰੁਪਇਆ ਫੀਸ ਹੈ, 500 ਰੁਪਇਆ ਫੀਸ ਵੀ ਹੈਗੀ ਹੈ। ਮੈਡੀਸਨ ਕੋਈ ਨਹੀਂ ਦਿੱਤੀ, ਉਹ ਨਾਲ ਲਿਖਤਾ ਬਾਹਰ ਜਾ ਕੇ ਫਲਾਣੇ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ। ਆਪਾਂ ਕਹੋਗੇ ਲੈ ਹੈ 2 ਅੱਖਰ ਪਾਉਣ ਦੇ ਇੰਨੇ ਪੈਸੇ? ਉਹ ਮੱਥੇ ਜੋ ਲਿਖਿਆ ਸੀ ਨਾ, ਅੱਜ ਉਹ ਵੱਢ ਰਿਹਾ ਗਲਾ। ਇੱਥੇ ਲਿਖਣ ਲੱਗਿਆ ਉਹਨੂੰ ਬਹੁਤ ਟਾਈਮ ਲੱਗਾ। ਮੈਂ ਨਹੀਂ ਕਹਿੰਦਾ ਵੀ ਸਾਰੇ ਡਾਕਟਰ ਗਲਤ ਹੁੰਦੇ ਨੇ ਜਾਂ ਸਾਰੇ ਚੰਗੇ ਹੁੰਦੇ ਨੇ, ਕਿਡਨੀਆਂ ਕੱਢ ਕੇ ਵੇਚਣ ਵਾਲੇ ਵੀ ਹੁੰਦੇ ਨੇ, ਪਰ ਬਹੁਤ ਡਾਕਟਰ ਐਸੇ ਵੀ ਹੁੰਦੇ ਨੇ ਜਿਹੜਾ ਸਿਰਫ ਆਪਣਾ ਲਾਗਤ ਕੀਮਤ ਜਿਹੜੀ ਉਹਦੀ ਮਿਹਨਤ ਹੁੰਦੀ ਹੈ,
क्योंकि अगले मेहनत भी डॉक्टर बन लग्या भी तो मेहनत लगी है ना, किन्ने साल पढ़ना पिया अगले ਨੂੰ। ਹੋ ਸਕਦਾ ਘਰਦੇ ਨੇ ਜ਼ਮੀਨ ਗਿਰਵੀ ਰੱਖ ਕੇ ਪੜਾਇਆ ਹੋਵੇ। ਜਦੋਂ ਉਹਦੇ ਨਾਲ ਦੇ ਖੇਡਦੇ ਸੀ ਉਹਨੇ ਖੇਡਾਂ ਸਭ ਜਿੰਨੇ ਉਹਦੇ ਪਰਿਵਾਰ 'ਚ ਫੰਕਸ਼ਨ ਹੋਏ ਸਾਰੇ ਉਹਨੇ ਛੱਡੇ, ਉਹਨੇ ਮौज ਮਸਤੀ ਛੱਡੀ, ਪੂਰਾ ਪੜ੍ਹਾਈ 'ਤੇ ਧਿਆਨ ਦਿੱਤਾ। ਅੱਜ 2 ਅੱਖਰ ਇੱਥੇ ਪਹਿਲਾਂ ਲਿਖੇ ਨੇ ਉਹਨੇ, ਫਿਰ ਲਿਖ ਰਿਹਾ, ਇਹਨੂੰ ਕਹਿੰਦੇ ਨੇ ਜਿਹਾ ਬੀਜੈ ਸੋਲ ਨੂੰ ਨੇ ਮੱਥੇ ਜੋ ਲਿਖਿਆ ਸੀ। ਜੋ ਉਹਨੇ ਪਹਿਲਾਂ ਅੰਦਰ ਲਿਖਿਆ ਸੀ ਅੱਜ ਉਹ ਹੀ ਵੱਢ ਰਿਹਾ, ਪਹਿਲਾਂ ਅੰਦਰ ਬੀਜਿਆ ਸੀ ਉਹਨੇ, ਇਹਨੂੰ ਹੁਣ ਆਪਣੇ ਅੰਦਰ ਲਾ ਲਓ। ਜਿਹੜਾ ਸੁਭਾਅ ਅੰਦਰ ਇਕੱਠਾ ਕੀਤਾ ਹੈ ਉਹਦੇ ਮੁਤਾਬਕ ਹੀ ਜ਼ਿੰਦਗੀ ਦੇ ਫੈਸਲੇ ਹੋਣੇ। ਜੇ ਸੁਭਾਅ ਚੰਗਾ ਤੇ ਠੰਡਾ ਰਹੇਗਾ, ਜੇ ਸੁਭਾਅ ਮਾੜਾ ਤੇ ਅੰਦਰੋਂ ਕਲਪੇਗਾ। ਜਿਹਾ ਬੀਜੇ ਸੋਲ ਨੇ ਮੱਥੇ ਜੋ ਲਿਖਿਆ ਆਸ, ਇਹ ਪਿੱਛੋਂ ਲਿਖ ਕੇ ਨਹੀਂ ਆਇਆ, ਮੱਥੇ ਦੀਆਂ ਲਿਖੀਆਂ ਕੌਣ ਟਾਲ, ਇੱਦਾਂ ਕਹਿੰਦੇ ਨੇ। ਸਾਡੇ ਤੇ ਲੋਕ ਆਪਣਾ ਆਪ ਸੁਧਾਰਦੇ ਨਹੀਂ, ਨਸ਼ੇ ਆਪ ਕਰਦੇ ਆ, ਬੁਰੇ ਕੰਮ ਖੁਦ ਕਰਦੇ ਆ, ਫਿਰ ਜਦੋਂ ਭਾਗਾਂ 'ਚ ਹੀ ਲਿਖਿਆ ਤਾਂ ਲੋਕ ਤੁਰੇ ਫਿਰਦੇ। ਪਾਤਸ਼ਾਹ ਕਹਿੰਦੇ ਨੇ ਰੈਣ ਵਿਹਾਣੀ, ਰੈਣ ਮੀਨਿੰਗ ਰਾਤ, ਜ਼ਿੰਦਗੀ ਦੀ ਰਾਤ ਲੰਘ ਗਈ, ਜ਼ਿੰਦਗੀ ਦੀ ਰਾਤ ਲੰਘਾਈ ਜਾ ਰਿਹਾ ਹੈ। ਰੈਣ ਵਿਹਾਣੀ ਪਛਤਾਣੀ, ਜ਼ਿੰਦਗੀ ਦੀ ਰਾਤ ਤੇ ਸਾਰਿਆਂ ਦੀ ਲੰਘਣੀ ਹੈ, ਪਰ ਪਛਤਾਵਾ ਉਹਨਾਂ ਦੇ ਪੱਲੇ ਹੁੰਦਾ ਜਿਨ੍ਹਾਂ ਦੇ ਅੰਦਰ ਠੰਡਕ ਨਹੀਂ ਹੁੰਦੀ। ਜਿਨ੍ਹਾਂ ਅੰਦਰ ਠੰਡਕ ਹੁੰਦੀ ਉਹਨਾਂ ਨੂੰ ਪਛਤਾਵਾ ਕੋਈ ਨਹੀਂ ਹੁੰਦਾ। ਉਹ ਕਹਿੰਦਾ ਕਾਹਦਾ ਪਛਤਾਵਾ ਵੇ, ਰਾਤ ਵਧੀਆ ਲੰਘੀ ਹੈ, ਜ਼ਿੰਦਗੀ ਵਧੀਆ ਬੀਤ ਰਹੀ ਹੈ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼, ਨਿਰਾਸ਼ਤਾ ਰਹਿ ਗਈ ਪੱਲੇ, ਯਾਨੀ ਕਿ ਉੱਠ ਚੱਲੀ ਗਈ ਨਿਰਾਸ਼ਤਾ, ਕਿ ਜ਼ਿੰਦਗੀ 'ਚ ਨਿਰਾਸ਼ਤਾ ਰਹੀ। ਕਿਉਂ? ਕਿਉਂਕਿ ਲਿਖਿਆ ਗਲਤ ਸੀ ਅੰਦਰ, ਸੁਭਾਅ ਗਲਤ ਸੀ ਅੰਦਰ, ਠੰਡਕ ਨਹੀਂ ਸੀ ਅੰਦਰ। ਪਾਤਸ਼ਾਹ ਕਹਿੰਦੇ ਜਿਨ ਕੋ ਸਾਧੂ, ਹੁਣ ਇੱਥੇ ਕਿਹੜਾ ਪਿਆਰਾ ਸ਼ਬਦ ਵਰਤੇ, ਜਿਨ ਕੋ ਸਾਧੂ ਭੇਟੀਏ, ਜਿਨ੍ਹਾਂ ਨੇ ਸਾਧੂ ਗੁਰੂ ਨਾਲ ਆਪਣੇ ਮਨ ਨੂੰ ਜੋੜ ਲਿਆ, ਸੋ ਦਰਗਾਹ ਹੋਏ ਖਲਾਸ। ਉਹ ਦਰਗਾਹ ਵਿੱਚ ਖਲਾਸ ਹੋਏ। ਦਰਗਾਹ ਕੀ ਹੈ? ਜਦੋਂ ਆਪਾਂ ਬਾਣੀ 'ਚ ਪੜ੍ਹਦੇ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। ਜੇ ਸਾਈਂ ਅੰਦਰ ਬੈਠਾ ਤਾਂ ਦਰਬਾਰ ਵੀ ਅੰਦਰ ਹੈ, ਜੇ ਸਾਈਂ ਇੱਥੇ ਤਾਂ ਦਰਗਾਹ ਵੀ ਇੱਥੇ ਹੀ ਹੈ। ਦਰਗਾਹ ਹੋਏ ਖਲਾਸ, ਉਹ ਸੰਸਾਰ ਤੇ ਫਿਰ ਖਲਾਸ ਹੁੰਦੇ, ਪ੍ਰਵਾਹ ਥੋੜ੍ਹਾ ਕਰਦੇ। ਕਹਿੰਦੇ ਭਾਈ ਅੰਦਰ ਦੀ ਠੰਡਕ ਵਾਸਤੇ ਚੰਦਨ ਦੀ ਜ਼ਰੂਰਤ ਨਹੀਂ, ਅੰਦਰ ਦੇ ਖੇੜੇ ਵਾਸਤੇ ਸਰਦੀ ਤੋਂ ਥੋੜ੍ਹਾ ਡੀਕਣੀ ਆਪਾਂ, ਅੰਦਰ ਦੇ ਠੰਡਕ ਵਾਸਤੇ ਚੰਦਰਮਾ ਦੀ ਚਾਨਣ ਦਾ ਥੋੜ੍ਹਾ ਕੋਈ ਮਤਲਬ ਹੈ। ਉਹ ਤਾਂ ਤੱਤੀ ਤਵੀ 'ਤੇ ਵੀ ਮੁਸਕਰਾਹਟ ਹੋਏਗੀ, ਉਹਦੇ ਦੇਗਾਂ ਦੇ ਵਿੱਚ ਉਬਾਲੇ ਖਾਂਦਿਆਂ ਵੀ ਮੁਸਕਰਾਹਟ ਹੋਏਗੀ। ਉਹ ਤਾਂ ਫਿਰ ਕੋਈ ਚੀਜ਼ ਆਉਂਦੀ ਹੈ, ਕੋਈ ਚੀਜ਼ ਜਾਂਦੀ ਹੈ, ਫਰਕ ਕੋਈ ਨਹੀਂ ਪੈਂਦਾ। ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ, ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ। ਸਾਧੂ ਇੱਥੇ ਗੁਰੂ ਹੈ, ਆਹ ਚੇਤਾ ਰੱਖਿਓ। ਮੈਂ ਬਾਰ-ਬਾਰ ਇਹ ਰਿਪੀਟ ਕਰਦਾ ਸ਼ਬਦ ਕਿ ਬੰਦਿਆਂ ਮਗਰ ਨਾ ਤੁਰੇ ਫਿਰੋ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ, ਕਰ ਕਿਰਪਾ ਪ੍ਰਭ ਆਪਣੀ। ਤਾਂ ਹੁਣ ਪ੍ਰਭ ਕਿਰਪਾ ਕਰੇ, ਕਿੱਦਾਂ ਕਰੇ? ਭਾਵ ਪ੍ਰਭੂ ਦੀ ਕਿਰਪਾ ਹਰ ਵਕਤ ਹੈ, ਹਰ ਸਮੇਂ ਹੈ। ਸਕੂਲ ਖੁੱਲ੍ਹਾ ਹੋਇਆ ਹੈ, ਐਡਮਿਸ਼ਨ ਲੈ ਲਾ ਤੇ ਪੜ੍ਹਨਾ ਸ਼ੁਰੂ ਕਰ ਦੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਪਵੇ, ਮੇਰੇ ਅੰਦਰ ਖਿੱਚ ਪਵੇ, ਮੇਰੇ ਅੰਦਰ ਭੁੱਖ ਲੱਗੇ ਤੇ ਮੈਂ ਕੁਝ ਸਿੱਖ ਪਾਵਾਂ ਤੇ ਮੇਰਾ ਅੰਦਰ ਠੰਡਾ ਹੋ ਸਕੇ। ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ। ਹੇ ਮੇਰੇ ਮਾਲਕ ਜੀ, ਅੰਦਰ ਦੀ ਤਪਸ਼ ਘਟਾਉਣ ਵਿੱਚ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ। ਕਿਉਂਕਿ ਜਿਸ ਮਨੁੱਖ ਪੇ ਕਰੋ ਬੇਨੰਤੀ, ਜਿਸ ਮਨੁੱਖ ਪੇ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਵੀ ਮੈਂ ਜਾਊਂਗਾ ਕਿ ਮੇਰੇ ਅੰਦਰ ਦੀ ਤਪਸ਼ ਘਟਾਓ, ਤੇ ਪਹਿਲੇ ਵਿਚਾਰਾ ਤਪਸ਼ਨਾ ਮਰਿਆ ਪਿਆ। ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਿੰਨ ਭਉ ਸਾਗਰ ਤਰਿਆ। ਤਿੰਨ ਗੁਰ ਹਰਿ ਬਿਨ ਕੋ ਨਾ, ਕੋਈ ਨਹੀਂ ਹੈਗਾ। ਗੁਰ ਹਰਿ ਬਿਨ ਕੋ ਨਾ, ਬ੍ਰਿਥਾ ਦੁੱਖ ਘਟੈ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤੇ ਤਮਾਨ ਮਹਤ ਜਸ ਘਟ ਹੈ। ਮਾਲਕ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਲਾਉਣਾ, ਮਾਣ ਮਹਤ ਜਸ ਘਟ ਹੈ। ਮਨ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ। ਇਹ ਕੀ ਦੇਵਨ ਕੋ ਇੱਕ, ਮਾਨੂ ਕੀ ਟੇਕ ਦਾ ਕੀ ਅਰਥ ਹੈ? ਫਿਰ ਸਮਝ ਲੈਣਾ ਵੀ ਕੀ ਮਨੁੱਖ ਦੀ ਟੇਕ ਲਾਉਣੀ ਚਾਹੀਦੀ ਹੈ। ਜਿਹੜੇ ਕੰਮ ਮਨੁੱਖ ਨੇ ਕਰਨੇ ਨੇ ਉਹਨਾਂ ਵਾਸਤੇ। ਜੇ ਤੁਹਾਡੀ ਗੱਡੀ ਦੇ ਟਾਇਰ ਦੀ ਪੈਂਚਰ ਦੀ ਜ਼ਰੂਰਤ ਹੈ, ਤਾਂ ਉਹਦੀ ਤਾਂ ਮਨੁੱਖ ਦੀ ਟੇਕ ਹੀ ਲਾਓਗੇ ਨਾ। ਤੁਹਾਨੂੰ ਤਾਂ ਟਾਇਰ ਖੋਲ੍ਹਣਾ ਨਹੀਂ ਆਉਂਦਾ। ਤੁਸੀਂ ਕੱਪੜਾ ਪਾਉਂਦੇ, ਤੁਹਾਨੂੰ ਸਿਲਾਈ ਕਰਨੀ ਨਹੀਂ ਆਉਂਦੀ, ਬੰਦੇ ਕੋਲ ਹੀ ਜਾਓਗੇ ਨਾ ਲੈ ਕੇ। ਪਰ ਇੱਥੇ ਕਿਹੜੇ ਕੰਮ ਲਈ ਮਾਂ ਨੂੰ ਕੀ ਟੇਕ ਹੈ? ਅੰਦਰ ਦੀ ਜਿਹੜੀ ਕਲਪਨਾ ਹੈ, ਅੰਦਰ ਦੀ ਜਿਹੜੀ ਤਪਸ਼ ਹੈ, ਉਹਨੂੰ ਠੰਡਿਆਂ ਕਰਨ ਵਿੱਚ ਮਨੁੱਖ ਤੇਰੀ ਕੋਈ ਹੈਲਪ ਨਹੀਂ ਕਰ ਰਿਹਾ। ਮਨੁੱਖ ਦੇ ਕੋਲ ਕੀ ਹੈ? ਉੱਥੇ ਆਪਣੀ ਹੈਲਪ ਤੈਨੂੰ ਖੁਦ ਆਪ ਕਰਨੀ ਪੈਣੀ ਹੈ। ਆਪ ਮਾਨੋ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਜਗ ਜੀਵਨ ਪੁਰਖ ਤਿਆਗ ਕੇ ਤੂੰ ਉਹਨੂੰ ਛੱਡ ਬੈਠਾ।
ਜਿਹਨੇ ਤੇਰੇ ਅੰਦਰ ਦੀ ਤਪਸ਼ ਘਟਾਉਣੀ ਉਹਨੂੰ ਤਾਂ ਛੱਡ ਬੈਠਾ ਹੈ ਤੂੰ ਸੋਚਿਆ ਘਰ ਮਹਿਲ ਮਾੜੀਆਂ ਜ਼ਮੀਨਾਂ ਜਾਇਦਾਦਾਂ ਇਹਨੇ ਖੁਸ਼ੀ ਦੇ ਦੇਣੀ ਹੈ ਤੈਨੂੰ? ਨਾ ਨਾ ਨਾ, ਮੈਂ ਤਾਂ ਪਹਿਲਾਂ ਕਹਿ ਦਿੱਤਾ ਵੀ ਬੜੇ ਲੋਕ ਨੇ, ਕਈਆਂ ਕਰੰਸੀ ਵੀ ਬਦਲਤੀ, ਦੇਸ਼ ਬਦਲਤੇ, ਖਾਣੇ ਦੇ ਸਟਾਈਲ ਬਦਲਤੇ, ਕਲਪਨਾ ਨਹੀਂ ਗਈ, ਉੱਥੇ ਹੀ ਹੈ। ਜਾਂਦੇ ਨੇ ਲੋਕ ਦੇਹਧਾਰੀ ਬਾਬਿਆਂ ਕੋ, ਮਾਨਵ ਸੰਧੀ ਆਸ ਇੱਦਾਂ ਕਹਿੰਦੇ, ਬਾਬਾ ਜੀ ਕੁੜਮਾ ਨੇ ਕੇਸ ਕਰਤਾ, ਲਾਗੇ ਚੇਲੇ ਹੱਥ ਕਹਿੰਦੇ ਸਾਡੇ ਬਾਬੇ ਤੇ 4 ਹੋਏ ਨੇ, ਮਾਫ ਕਰਨਾ, ਸਾਡੇ ਬਾਬੇ ਦੇ 4 ਮੁਕੱਦਮੇ ਹੋਏ ਨੇ। ਹੁਣ ਮੰਨ ਲਓ ਅਸੀਂ, ਸਾਡੇ ਕੋਲ ਕੋਈ ਆਵੇ, ਅਸੀਂ ਬਾਬੇ ਤੇ ਨਹੀਂ ਹੈਗੇ, ਅਸੀਂ ਤਾਂ ਤੁਹਾਡੇ ਵਰਗੇ ਹਾਂ, ਆਮ ਗ੍ਰਸਤੀ ਪਰਿਵਾਰਾਂ 'ਚ ਰਹਿੰਦੇ ਹਾਂ, ਵੀ ਸਾਡੇ ਕੋਲ ਬਾਬਾ ਜੀ ਪਰਚਾ ਹੋਇਆ, ਮੈਂ ਕਹਿਣਾ ਸਾਡੇ ਤੇ ਆਪਣੇ ਡੇਰੇਦਾਰਾਂ ਕਰਾਇਆ ਪਰਚਾ ਮੇਰੇ ਤੇ ਦੱਸੋ ਜੀ, ਕਿਉਂਕਿ ਉਹਨਾਂ ਨੂੰ ਸਾਡੀਆਂ ਗੱਲਾਂ ਹਜਮ ਨਹੀਂ ਹੁੰਦੀਆਂ, ਉਹ ਐਸ ਰਾਹ ਤੁਰ ਪਏ ਨੇ। ਸੋਚ ਕੇ ਵੇਖਿਓ, ਜਿਸ ਦਿਨ ਬਾਬਿਆਂ ਦਾ ਜਲੂਸ ਨਿਕਲਿਆ, ਜਿਸ ਦਿਨ ਬਾਬਿਆਂ ਤੇ ਲੋਕ ਕਰਾਉਣ ਤੁਰ ਪਏ, ਅਸੀਂ ਤਾਂ ਨਹੀਂ ਇਹ ਰਾਹ ਤੁਰਨਾ, ਕਿਉਂਕਿ ਸਾਡਾ ਇਹ ਰਾਹ ਨਹੀਂ ਹੈਗਾ, ਨਾ ਅਸੀਂ ਇਹ ਰਾਹ ਪੈਣਾ ਹੀ ਹੈ। ਪਰ ਜਦੋਂ ਲੋਕ ਤੁਰ ਪਏ ਫਿਰ, ਪਰ ਜਾਂਦੇ ਲੋਕ, ਬਾਬਾ ਜੀ ਕੁੜਮਾ ਨੇ ਕੇਸ ਕਰਤਾ ਸਾਡੇ ਤੇ, ਬਾਬੇ ਦੇ ਚੇਲੇ ਪਿੱਛੋਂ ਹੱਸਦੇ ਹੁੰਦੇ, ਉਹਦੇ ਸਾਡੇ ਬਾਬੇ ਦੇ ਉੱਤੇ ਆਪਣੇ ਕੇਸ ਹੋਏ ਪਏ ਨੇ, ਅਗਲੇ ਹੈਲੀਕਾਪਟਰ ਦੀ ਚੁੱਕ ਕੇ ਸਿੱਧਾ ਜੇਲ੍ਹ ਲੈ ਜਾਂਦੇ ਮੁੜ ਕੇ। ਕਿੰਨੇ ਫੜੇ ਨੇ ਬਾਬੇ? ਸੋਚ ਕੇ ਵੇਖਿਓ ਤੁਸੀਂ, ਕਿੰਨੇ ਬਾਬੇ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ, ਇੱਧਰ ਵੀ ਬ੍ਰਹਮ ਗਿਆਨੀ, ਇੱਧਰ ਵੀ ਬ੍ਰਹਮ ਗਿਆਨੀ, ਆਪਸ ਵਿੱਚ ਲੜ ਪੈਂਦੇ ਆ ਤੇ ਜਾ ਕੇ ਪੁਲਿਸ ਲੜਾਈ ਮੁਕਾਉਂਦੀ ਉਹਨਾਂ ਦੀ, ਤੇ ਉਹ ਕਹਿੰਦੇ ਬ੍ਰਹਮ ਗਿਆਨੀ, ਬਾਣੀਆਂ ਦੀ ਬ੍ਰਹਮ ਗਿਆਨੀ ਕੇ ਧੀਰ ਜੇ ਜੋ ਵਸੁਦਾ ਕੋ ਖੋਦਾ ਕੋ ਚੰਦਨ ਲੇਪ, ਇੱਥੇ ਡਾਂਗ ਛੋਟੇ ਖੜਕਦੇ ਆ। ਤੋ ਸਾਧ ਸੰਗਤ ਸਮਝ ਲਓ ਇਸ ਗੱਲ ਨੂੰ, ਪਾਤਸ਼ਾਹ ਨੇ ਕਿੰਨੇ ਪਿਆਰੇ ਸ਼ਬਦ ਵਰਤੇ ਆ, ਜਗ ਜੀਵਨ ਪੁਰਖ ਤਿਆਗ ਹੈ, ਮਾਨ ਸੰਧੀ ਆਸ ਦਾ ਅਰਥ ਹੈ ਬੰਦਿਆ ਜਿਹੜੇ ਤੇਰੀ ਅੰਦਰ ਦੀ ਤਪਸ਼ ਹੈ ਨਾ, ਇਹ ਕਿਸੇ ਮਨੁੱਖ ਦੇ ਕੋਲ ਜਾਇਆ ਨਹੀਂ ਘਟਣੀ, ਇਹ ਤਾਂ ਤੇਰੇ ਅੰਦਰ ਬੈਠਾ ਪਰਮਾਤਮਾ ਜਿਹੜਾ ਅੰਤਰਾਤਮਾ ਹੈ, ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ, ਚੰਗੇ ਕੰਮ ਕਰਨੇ ਸ਼ੁਰੂ ਕਰ, ਤੇਰੇ ਅੰਦਰ ਦੀ ਤਪਸ਼, ਚੰਗਿਆਂ ਕੰਮਾਂ ਜਾਣ ਕੇ ਸੱਚ ਦਾ ਪੱਲਾ ਫੜਿਆ, ਅੰਦਰ ਦੀ ਤਪਸ਼ ਘਟੇਗੀ। ਅਸਾੜ ਤਪੰਦਾ ਤਿਸ ਲੱਗੇ, ਹਰ ਨਾਂ ਨਾ ਜਿੰਨਾ ਪਸ, ਬਸ ਆਹ ਚਿੱਤ ਰੱਖੋ, ਹਰ ਨਾਂ ਜਿੰਨਾ ਕੋਲ ਨਹੀਂ ਨਾ ਹੈਗਾ ਉਹਨਾਂ ਨੂੰ ਤਪਦਾ ਲੱਗਦਾ ਇਹ ਜੀਵਨ, ਉਹਨਾਂ ਦੇ ਹਿਰਦੇ ਕਲਪਦੇ ਆ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੁਗੇ ਭਾਏ ਗੁੱਚੀਏ, ਗੱਲ ਪਈਸ ਜਮ ਕੀ ਫਾਸ, ਉਹਨਾਂ ਦੇ ਜਮ ਦੀਆਂ ਫਾਹੀਆਂ ਉਹਨਾਂ ਦੇ ਗਲ ਪੈਂਦੀਆਂ, ਯਾਨੀ ਕਿ ਉਹੀ ਵਕਾਰਾਂ ਦੇ ਹੱਥੋਂ ਖੱਜਲ ਹੁੰਦੇ ਨੇ। ਉਹਨਾਂ ਨੇ ਆਪਣੇ ਕੱਖਾਂ ਦੀ ਛਣ ਥੱਲੇ ਅੱਗ ਬਾਲੀ ਹੋਈ ਹੈ, ਜਿਹਾ ਬੀਜਿਆ ਸੋ ਲੁਣੇ, ਮੱਥੇ ਜੋ ਲਿਖਿਆ ਸਪਾਈ, ਗੱਲ ਤੇ ਹੋਈ ਆ ਵੀ ਜੋ ਮੱਥੇ ਲਿਖਿਆ, ਜੋ ਬੀਜਿਆ ਵੱਢਣਾ ਤੇ ਉਹੀ ਪੈਣਾ ਹੈ। ਹੁਣ ਜਦੋਂ ਤੂੰ ਆਪਣੇ ਅੰਦਰ ਸੁਭਾਅ ਕਲਪਨਾ ਵਾਲਾ ਇਕੱਠਾ ਕੀਤਾ ਤੇ ਕਲਪੇਂਗਾ ਹੀ, ਰਹਿਣ ਵਿਹਾਣੀ ਪੁਛਤਾਣੀ, ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ ਪ੍ਰਭ, ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਤੇਰੇ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਜਿਹੜਾ ਮੇਰੇ ਅੰਦਰ ਨੂੰ ਠੰਡਕ ਦੇ ਸਕੇ, ਮੇਰੇ ਹਿਰਦੇ ਤਪਦੇ ਨੂੰ ਸ਼ਾਂਤ ਕਰ ਸਕੇ। ਅਸਾੜ ਸੁਹੰਦਾ ਤਿਸ ਲੱਗੇ, ਇਹ ਹਾੜ ਦੇ ਸ਼ਬਦ ਦੁਆਰਾ ਸਿੱਖਿਆ ਦੇ ਰਹੇ ਨੇ। ਇਹ ਜੀਵਨ ਸੋਹਣਾ ਉਹਦਾ ਹੀ ਬਣਦਾ, ਉਹਦੇ ਅੰਦਰੋਂ ਤਪਸ਼ ਘਟਦੀ ਹੈ, ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਵਿੱਚ ਹਰੀ ਦੇ ਚਰਨ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਨਿਵਾਸ ਕਰਦੀ। ਆਓ ਸਾਧ ਸੰਗਤ ਜੀ, ਇਹ ਧੁਰਾ ਇਹਨੂੰ ਬਾਣੀ ਚੇਂਜ ਲਿਖਿਆ, ਇੱਕ ਮੂਲ ਲੱਗੇ ਉਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਬਸ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵੇਲਾ। ਤੋ ਅੰਦਰ ਦੀ ਜਿਹੜੀ ਤਪਸ਼ ਹੈ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਜਿਵੇਂ ਬਾਣੀ 'ਚ ਨਹੀਂ ਵਾਕ ਆਉਂਦਾ, ਕਲ ਤਾਤੀ ਠੰਡਾ ਹਰਨ, ਕਲੇਸ਼ਾਂ ਦਾ ਕਲੇਸ਼ ਬੰਦੇ ਦੇ ਅੰਦਰ ਨੂੰ ਤੱਤਾ ਕਰਦੇ ਆ, ਤੇ ਠੰਡਾ ਕਰਦਾ ਹਰੀ ਦਾ ਨਾਮ, ਤਪਸ਼ ਨੂੰ ਘਟਾਉਂਦਾ ਹੈ ਪਰਮੇਸ਼ਰ ਦਾ ਨਾਮ। ਉਹਦੀ ਸਿੱਖਿਆ ਜੀਵਨ 'ਚ ਲੈ ਕੇ ਆਈਏ, ਚੰਗੇ ਕੰਮ ਕਰਨ ਦੀ ਆਦਤ ਪਾਈਏ, ਜੀਵਨ ਖੂਬਸੂਰਤ ਬਣੇਗਾ। ਇਹ ਸੀ ਅੱਜ ਦਾ ਸ਼ਬਦ, ਜੋ ਅਸਾੜ ਯਾਨੀ ਕਿ ਹਾੜ ਸ਼ਬਦ ਦੁਆਰਾ ਗੁਰਦੇਵ ਜੀ ਨੇ ਹਾੜ ਸ਼ਬਦ ਦੀ ਵਰਤੋਂ ਕਰਦਿਆਂ ਹੋਇਆਂ ਕਿੰਨਾ ਪਿਆਰਾ ਸੰਦੇਸ਼ ਮਾਲਕ ਨੇ ਦਿੱਤਾ ਹੈ। ਆਓ ਬੰਦਿਆਂ ਦੀਆਂ ਆਸਾਂ ਲਾ ਕੇ, ਇਨਸਾਨਾਂ ਦੀਆਂ ਆਸਾਂ ਕਿਹੜੇ ਕੰਮ ਤੋਂ? ਅੰਦਰ ਦੀ ਸ਼ਾਂਤੀ, ਅੰਦਰ ਦੇ ਟਿਕਾ ਵਾਸਤੇ, ਕਿ ਮੈਨੂੰ ਕੋਈ ਉੱਥੋਂ ਸ਼ਾਂਤੀ ਮਿਲ ਜੂ, ਉੱਥੋਂ ਸ਼ਾਂਤੀ ਮਿਲ ਜੂਗੀ, ਉੱਥੋਂ ਨਾ ਕਿਤੇ ਟਿਕਾ ਨਹੀਂ ਹੈਗਾ। ਸ਼ਾਂਤੀ ਟਿਕਾ ਬੰਦਿਆ ਤੇਰੇ ਆਪਣੇ ਅੰਤਰਾਤਮੇ ਹੈ। ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਜੀਵਨ 'ਚ ਲੈ ਕੇ ਆਈਏ, ਜੀਵਨ ਖੂਬਸੂਰਤ ਬਣਾਈਏ। ਕਿਉਂਕਿ ਬਾਣੀ 'ਚ ਕਹਿ ਦਿੱਤਾ ਗੁਰਦੇਵ ਨੇ, ਜਿਸ ਮਨੁੱਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਿੰਨ ਭਉ ਸਾਗਰ ਤਰਿਆ, ਗੁਰ ਹਰਬਿਨ ਕੋਈ ਨਹੀਂ ਹੈਗਾ, ਕੋ ਨਾ ਬਿਰਥਾ ਦੁੱਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤੇ ਤੁਮਾਨ ਮਹਤ ਜਸ ਕਾਟੈ। ਆਪ ਬਾਣੀ ਪੜ੍ਹੋ, ਆਪ ਸਹਿਜ ਪਾਠ ਕਰੋ, ਭਾਵੇਂ ਇੱਕ ਸ਼ਬਦ, ਅੱਧਾ ਸ਼ਬਦ, ਮੈਂ ਕਹਿੰਦਾ ਇੱਕ ਪੰਕਤੀ ਰੋਜ਼ ਪੜ੍ਹ ਲਓ,
पर विचार के पढ़ो साध संगत जी। सारिਆਂ ਦਾ ਧੰਨਵਾਦ। ਇਹਨੇ ਕੁ ਵਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਬੜੇ ਪਿਆਰ ਨਾਲ ਆਖੋ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।